अस्सलाम वालेकुम नाज़रीन, मैं हूं ज़फ़र डोगर और आप देख रहे हैं प्रोग्राम आज 41 के साथ। नाज़रीन, आज हम आपकी मुलाकात करवा रहे हैं फैसलाबाद के एक ऐसे शायर से जो पंजाबी ज़बान व अदब का बहुत बड़ा इस्तारा है, बहुत बड़ा नाम, जिन पर कई यूनिवर्सिटियों में थीसिस लिखे जा रहे हैं। 2 मजमुआ है कलाम उनके शाया हो चुके हैं। A.H. आतिफ़, आइए मुलाकात करें। हम A.H. आतिफ़ साहब के घर पहुंच चुके हैं। आइए आपको लिए। तू जो चाहना है हुण नहीं होना, प्यार उधेड़ के उन नहीं होना, उन नहीं होना मीन बुना नहीं जाएगा दोबारा। आतिफ़ साहब जी बिस्मिल्लाह। अब क्यों नहीं होना जा सकता, क्यों नहीं बुना जा सकता दोबारा? ਅਸਲ ਵਿੱਚ ਨਾ ਜੀ ਕੋਈ ਵੀ ਚੀਜ਼ ਹੈ ਨਾ ਜਦੋਂ ਅਸੀਂ ਉਹਨੂੰ ਦੁਬਾਰਾ ਬਣਾਉਂਦੇ ਆ, ਜਿਵੇਂ ਕਹਿੰਦੇ ਅਸੀਂ ਸ਼ੀਸ਼ਾ ਟੁੱਟ ਜਾਏ ਤਾਂ ਫਿਰ ਨਹੀਂ ਜੁੜਦਾ। ਅਸੀਂ ਉਧੇੜ ਵੀ ਲਈ, ਜਿਸ ਵੇਲੇ ਪਿਆਰ ਨੂੰ ਅਸੀਂ ਸਵਾਟਰ ਉਧੇੜ ਲਈਏ ਤਾਂ ਫਿਰ ਉਦਾਂ ਦਾ ਨਹੀਂ ਬਣਿਆ ਜਾਂਦਾ। ਤੇ ਪਿਆਰ ਤਾਂ ਫਿਰ ਪਿਆਰ ਹੈ, ਤੇ ਪਿਆਰ ਤੋਂ ਉਧੇੜ ਕੇ ਬੁਣਿਆ ਹੀ ਨਹੀਂ ਜਾ ਸਕਦਾ। इससे मुझे फैज़ साहब याद आ गए। उन्होंने भी कुछ इसी तरह की बातें की थी। मुझसे पहली सी मोहब्बत मेरे महबूब ना मान। क्यों होता है ये, क्या मसला है? असल में ये बदलाव चाहता है, तब्दीली चाहता है। अल्लाह वहदहुल शरीक भी कहते हैं कि मैंने तमाम चीज़ें जो है ना उनमें तगय्युर पैदा किया है, तब्दीली आएगी, ठहराव नहीं आएगा। कि जड़ी चीज़ सबात एक तगय्युर को है ज़माने में, इकबाल ने कहा था। अब बिल्कुल बिल्कुल तो सिर्फ जो चेंज है वही मुस्तकिल है, वही मुश्किल है। कोई चीज़ जब आदमी मुस्तकिल साखत होता है तो मौत हो जाती है, जब तक ये मुतहरक है तो जिंदा है। तो शायर के तो जो लफ्ज़ होते हैं जिन्हें हम पंजाबी में असीं कहने कि अखर जड़े आ, अखर ही हयाती है। हाय अखर बोलते ने, अखर गल्लां करते आ, अखर हसदे ने, अखर रोंदे ने। आतिफ़ साहब पंजाबी ज़ुबान के इतने बड़े शायर, फैसलाबाद को बहुत से लोग हो सकता है उस तरह से ना जानते हों, लेकिन हम जानते हैं कि उनको एक ज़माना एक बहुत बड़े पंजाबी शायर के तौर पे जानता है और फैसलाबाद का बहुत बड़ा नाम है। आतिफ़ साहब कुछ थोड़ा सा इख्तसार के साथ कित्थे जम्मे पले, कित्थे तालीम हासिल की थी? हाँ बिल्कुल, लैलपुर ਵਿੱਚ ਹੀ ਜੰਮ ਹੋਇਆ ਮੇਰਾ ਜੀ, ਇਸ ਧਰਤੀ ਨਾਲ ਹੀ ਜੁੜਤ ਹੈ। ਤੇ ਤਾਲੀਮ ਮੈਂ ਕੋਈ ਬਹੁਤ ਜ਼ਿਆਦਾ ਨਹੀਂ ਹਾਸਿਲ ਕੀਤੀ। ज़माने ने सिखा देता। ਹਾਂ ਅਸਲ ਵਿੱਚ ਨਾ ਜ਼ਮਾਨਾ ਬਹੁਤ ਕੁਝ ਸਿਖਾਉਂਦਾ ਹੈ। ਮੈਂ ਸਮਝਦਾ ਜਿਹੜੀ ਸ਼ਾਇਰੀ ਹੈ ਨਾ ਸਰ, ਇਹ ਰੱਬ ਸੁਣਨ ਦੀ ਖਾਸ ਅਤਾ ਹੈ। ਇਹ ਨਾ ਰੱਬ ਆਪ ਚੁਣਦਾ ਹੈ ਤੇ ਇਸ ਵਾਸਤੇ ਰੱਬ ਦੀ ਮਿਹਰ ਹੈ ਕਿ ਉਹਨੇ ਮੈਨੂੰ ਚੁਣਿਆ ਕਿ ਮੈਂ ਸ਼ਾਇਰੀ ਕਰਾਂ। ਤੇ ਔਰ ਤੁਸੀਂ ਦੇਖੋ ਕੈਸੀ ਗੱਲ ਹੈ, ਇੱਕ ਦਫਾ ਮੈਨੇ ਇੱਕ ਦੋਸਤ ਨੇ ਮੈਨੂੰ ਕਿਹਾ ਸੀ ਕਿ ਤੁਹਾਡੀ ਤਾਲੀਮ ਕਿੰਨੀ ਹੈ, ਇੱਕ ਇੰਟਰਵਿਊ ਹੋ ਰਿਹਾ ਸੀ, ਬਲਕਿ ਕਿਸ਼ਤੇ ਨੌ ਐਗਰੀਕਲਚਰ ਦੀ ਯੂਨੀਵਰਸਿਟੀ ਉਹਨਾਂ ਨੇ ਬੁਲਾਇਆ ਸੀ। ਮੈਂ ਕਿਹਾ ਯਾਰ ਅਸੀਂ ਉਹ ਲੋਕ ਨਹੀਂ ਜਿਨ੍ਹਾਂ ਕੋਲ ਡਿਗਰੀਆਂ ਹੁੰਦੀਆਂ, ਅਸੀਂ ਤਾਂ ਉਹ ਲੋਕ ਹਾਂ ਜਿਨ੍ਹਾਂ ਉੱਤੇ ਡਿਗਰੀਆਂ ਮਿਲਦੀਆਂ ਨੇ। ਔਰ ਰੱਬ ਸੁਣਨ ਦਾ ਵੇਲਾ ਆਇਆ ਕਿ ਮੇਰੇ ਤੇ ਐਮਫਿਲ ਦਾ ਵੀ ਥੀਸਿਸ ਹੋਇਆ, ਮੇਰੇ ਤੇ ਐਮਏ ਦਾ ਵੀ ਥੀਸਿਸ ਹੋਇਆ, ਤੁਹਾਡੇ ਤੇ PhD ਦੇ ਵੀ ਹੋਣਗੇ ਇਨਸ਼ਾਅੱਲਾ। ਬਿਲਕੁਲ ਬਿਲकुल, ਕਿਉਂਕਿ ਡਿਗਰੀਆਂ ਜਿਹੜੀਆਂ ਤਾਲੀਮ ਔਰ ਡਿਗਰੀ 'ਚ ਬੜਾ ਫਰਕ ਹੁੰਦਾ। ਹਾਂਜੀ ਬਿਲਕੁਲ ਜੀ, ਡਿਗਰੀ ਜਿਹੜੀ ਹੈ ਅਸੀਂ ਉਹ ਦਰਸਗਾਹ 'ਚੋਂ ਹਾਸਿਲ ਕਰਦੇ ਹਾਂ, ਕਾਲਜ 'ਚੋਂ, ਯੂਨੀਵਰਸਿਟੀ ਤੋਂ। ਜਿਹੜਾ ਇਲਮ ਹੈ ਨਾ ਇਹ ਰੱਬ ਸੁਣਨ ਦੀ ਤਰਫੋਂ ਨਜ਼ੂਲ ਹੁੰਦਾ ਹੈ ਇਨਸਾਨ ਤੇ, ਔਰ ਉਹ ਰੱਬ ਦੀ ਮਿਹਰ ਹੈ। ਅੱਲਾਹ ਤਾਲਾ ਜ਼ਮਾਨੇ ਦੇ ਜ਼ਰੀਏ ਵੀ ਸਿਖਾ ਦਿੰਦਾ, ਬਿਲਕੁਲ ਲੋਕਾਂ ਦੇ ਜ਼ਰੀਏ ਸਿਖਾ ਦਿੰਦਾ। ਅੱਛਾ ਸੁਣਨ ਵਾਲਿਆਂ ਵਾਸਤੇ ਨਾ ਮੈਂ 4 ਮਿਸਰੇ ਪਹਿਲੇ। ਨਿੱਜ ਯਾਦਾਂ ਖੌਰੂ ਪਾਉਂਦੀਆਂ ਹਾਏ ਜਦੋਂ ਦਿਲ ਦੇ ਵਿਹੜੇ ਆ। ਹਾਂ ਨਿੱਜ ਯਾਦਾਂ ਖੌਰੂ ਪਾਉਂਦੀਆਂ ਜਦੋਂ ਦਿਲ ਦੇ ਵਿਹੜੇ ਆ। ਉਹ ਧੁੱਦੜ ਉੱਡਦੀ ਤਾਂਗ ਦੀ ਰੀਝਾਂ ਦੇ ਘੁੱਟਦੇ ਸਾਹ। ਪਛਤਾਵੇ ਪਾਵਣ ਕੀਰ ਨੇ ਹਟਕੋਰੇ ਭਰਦੀ ਵਾਹ। ਮੈਨੂੰ ਬੂਹੇ ਮਿਹਣਾ ਮਾਰਿਆ ਮੈਂ ਕੰਧ ਦਿੱਤੀ ਢਾ। ਹਾਏ 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 ਹਾਏ। ਸਾਡੇ ਜਿਹੜੀ ਖੂਬਸੂਰਤ ਪੰਜਾਬੀ ਔਰ ਜਿਸ ਲਹਿਜੇ 'ਚ ਤੁਸੀਂ ਬੋਲੀ, ਬਹੁਤ ਹੀ ਖੂਬਸੂਰਤ, ਲੇਕਿਨ ਅੱਜ ਦੀ ਨਸਲ ਸਾਡੀ ਪੰਜਾਬੀ ਤੋਂ ਵੀ ਵਾਕਿਫ ਨਹੀਂ ਉਸ ਤਰ੍ਹਾਂ। ਇਸ ਲਈ ਮੈਂ ਚਾਹਾਂਗਾ ਕਿ ਥੋੜ੍ਹਾ ਜਿਹਾ ਇਹਨੂੰ ਹੁਣ ਇਹਦਾ ਤਰਜਮਾ ਵੀ ਕਰਨਾ ਅਸੀਂ, ਤਾਂ ਕਿ ਲੋਕ ਜਾਣ ਸਕਣ, ਕਿਉਂਕਿ ਹੁਣ ਤੇ ਉਹ ਇੰਗਲਿਸ਼ ਵੀ ਇੰਗਲਿਸ਼ ਦੇ ਵਿੱਚ ਨਹੀਂ, ਪੰਜਾਬੀ 'ਚ ਬੋਲਦੇ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਇੱਕ ਸ਼ੇਰ ਮੈਨੂੰ ਇਸੇ ਹਵਾਲੇ ਨਾਲ ਹੋਰ ਯਾਦ ਆਇਆ, ਨਾਲ ਇੱਕ ਪੰਜਾਬੀ ਦੇ ਬਹੁਤ ਵੱਡੇ ਬੰਦੇ ਦਾ ਤਜ਼ਕਰਾ ਹੋ ਜਾਏਗਾ। ਔਰ ਇਹ ਮੇਰੀ ਗਜ਼ਲ ਜਿਹੜੀ ਹੈ ਨਾ ਅਫਜ਼ਲ ਹਸਨ ਰੰਧਾਵਾ ਸਾਹਿਬ ਨੂੰ ਬੜੀ ਪਸੰਦ ਹੁੰਦੀ ਸੀ। ਅਸੀਂ ਕੋਈ 85-86 ਦੀ ਗੱਲ ਹੈ, ਲਾਹੌਰ ਨਾ ਸ਼ਜ਼ਾਨ 'ਚ ਮੁਸ਼ਾਇਰੇ ਹੁੰਦੇ ਸਨ
ਰਾਜਾ ਰਸਾਲੂ ਹੁੰਦੇ ਸਨ ਇੱਕ ਪੰਜਾਬੀ ਦੇ, ਬੜਾ ਵੱਡਾ ਨਾਂ ਸੀ, ਸ਼ਬਾਜ਼ ਮਲਿਕ ਤੋਂ ਰਲ ਕੇ ਬੜਾ ਕੰਮ ਕਰਦੇ ਸਨ। ਮੈਂ ਨਾ ਉੱਥੇ ਗਜ਼ਲ ਪੜ੍ਹੀ, ਉਮਰ ਬਹੁਤ ਛੋਟੀ ਸੀ, ਛੋਟੀ ਉਮਰ ਸੀ, ਤੇ ਉਹਨਾਂ ਨੂੰ ਯਕੀਨ ਨਹੀਂ ਆਇਆ ਕਿ ਇਹ ਗਜ਼ਲ ਇਸ ਮੁੰਡੇ ਦੀ ਹੋ ਸਕਦੀ ਹੈ। ਮੁਸ਼ਾਇਰੇ 'ਚ ਤੇ ਚੁੱਪ ਰਿਹਾ। ਜਦੋਂ ਮੁਸ਼ਾਇਰਾ ਖਤਮ ਹੋਇਆ ਤੇ ਮੈਨੂੰ ਨਾ ਜੱਫੀ ਜੀ ਪਾ ਕੇ ਨਾ ਇੱਕ ਹੱਥ ਦੀ ਤੇ ਬਾਹਰ ਲੈ ਗਏ, ਤੇ ਗਲਵਕੜੀ ਪਾ ਕੇ ਨਾ ਇੰਜ ਕਰਕੇ ਤੇ ਬਾਹਰ ਲੈ ਕੇ ਤੇ ਮੈਨੂੰ ਕਹਿੰਦੇ ਯਾਰ ਇਹ ਸ਼ੇਰ ਦਾ ਮਤਲਬ ਦੱਸ। ਉਹ ਸ਼ੇਰ ਸੀ ਕਿ ਬਹਿ ਕੇ ਰੋਵਾਂ ਕਿਉਂ ਦਰਿਆ ਦੀ ਕੁੱਖਲ ਛਾਣੀ ਉੱਤੇ, ਬਹਿ ਕੇ ਰੋਵਾਂ ਕਿਉਂ ਦਰਿਆ ਦੀ ਕੁੱਖਲ ਛਾਣੀ ਉੱਤੇ, ਫੜੇ ਨਾ ਜਾਂਦੇ ਤਰਦੇ ਹੋਏ ਪਰਛਾਵੇਂ ਪਾਣੀ ਉੱਤੇ। ਵਾਹ 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 ਵਾਹ। ਤੇ ਉਹ ਮੈਨੂੰ ਕਹਿੰਦੇ ਕਿ ਦੱਸ ਇਹ ਕੀ ਹੈ। ਮੈਂ ਕਿਹਾ ਰਾਜ ਸਾਹਿਬ ਇਹ ਨਾ ਜਿਸ ਵੇਲੇ ਇੱਕ ਸ਼ਾਇਰ ਨਾ ਜਿਹਦਾ ਮੁਸ਼ਾਹਦਾ ਦਰਿਆ ਪੂਰੇ ਭਾਰ ਚੱਲਦਾ ਪਿਆ ਸੀ, ਜਦੋਂ ਕੰਢੇ ਤੇ ਜਾ ਕੇ ਤੇ ਉਹਨੇ ਪਰਛਾਵੇਂ ਫੜਨ ਦੀ ਚਾਰਾ ਕੀਤਾ, ਯਤਨ ਕੀਤਾ, ਤੇ ਨਹੀਂ ਪਰਛਾਵੇਂ ਫੜੇ ਗਏ, ਦਰਿਆ ਸੁੱਕ ਗਿਆ। ਇੱਕ ਵੇਲਾ ਆਉਂਦਾ ਫਿਰ ਲਾਗਲੇ ਪਿੰਡਾਂ ਵਾਲੇ ਨਾ ਦਰਿਆ ਵਿੱਚੋਂ ਦੀ ਰਸਤਾ ਬਣਾ ਲੈਂਦੇ, ਤੇ ਉਹਨਾਂ ਦੇ ਪੈਰਾਂ ਨਾਲ ਜਿਹੜੀ ਖਾਕ ਉੜਦੀ ਹੈ, ਜਿਹੜੀ ਰਾਖ ਉੜਦੀ ਹੈ, ਕੁੱਖਲ ਛਾਣੀ, ਦਰਿਆ ਦੀ ਕੁੱਖ ਚੋਂ ਛਣੀ ਹੋਈ ਰੇਤ, ਤੇ ਉਹਦੇ ਉੱਤੇ ਬੈਠ ਕੇ ਸ਼ਾਇਰ ਇੰਨਾ ਮੁਸ਼ਾਹਦਾ ਕਰਨ ਤੋਂ ਬਾਅਦ ਕਹਿੰਦਾ ਕਿ ਨਹੀਂ ਪਰਛਾਵੇਂ ਪਿੱਛੇ ਨਹੀਂ ਨੱਸਣਾ ਚਾਹੀਦਾ, ਇਹ ਨਹੀਂ ਫੜੇ ਜਾਂਦੇ, ਹਕੀਕਤ ਦੇ ਨਾਲ ਚੱਲੋ। ਕਿੰਨੇ ਭੈਣ ਭਾਈ ਸੀ ਜੋ ਪੈਦਾ ਹੋਏ? ਅਸੀਂ ਜੀ 3 ਭਾਈ 4 ਭੈਣਾਂ, ਜਿਨ੍ਹਾਂ ਵਿੱਚੋਂ 2 ਭੈਣਾਂ ਚਲਾਣਾ ਕਰ ਗਈਆਂ, ਰੱਬ ਸੋਹਣੇ ਕੋਲ ਚਲ ਗਈਆਂ, ਤੇ ਇੱਕ ਬੜੀ ਸਭ ਤੋਂ, ਇੱਕ ਸਭ ਤੋਂ ਛੋਟੀ, ਤੇ ਭਾਈ 3 ਬੜਾ ਭਾਈ ਜਿਹੜਾ ਹੈ ਉਹ ਠੇਕੇਦਾਰੀ ਕਰਦੇ ਨੇ, ਮਨਜ਼ੂਰ ਸਾਹਿਬ ਉਹਨਾਂ ਦਾ ਨਾਮ ਹੈ, ਮਦੀਨਾ ਟਾਊਨ ਰਹਿੰਦੇ। ਮੈਂ ਵੀ ਉਹਨਾਂ ਦੇ ਨਾਲ ਹੀ ਹੁੰਦਾ ਸੀ, ਅਸੀਂ ਸ਼ਾਇਰ ਸੀ, ਸਾਡੇ ਕੋਲ ਠੇਕੇਦਾਰੀ ਹੋਣੀ ਨਹੀਂ ਸੀ, ਫਿਰ ਅਸੀਂ ਸਾਈਡ ਤੇ ਹੋ ਗਏ। ਇੱਕ ਮੇਰੇ ਤੋਂ ਛੋਟਾ ਹੈ, ਉਹ ਵੀ ਠੇਕੇਦਾਰੀ ਕਰਦਾ। ਵਿਆਹ ਕਦੋਂ ਹੋਇਆ? ਵਿਆਹ ਮੇਰਾ ਹੋਇਆ ਜੀ 90 'ਚ, ਤੇ ਮਾਮੂ ਵੱਲ ਮੇਰੀ ਸ਼ਾਦੀ ਹੋਈ। ਇਹ ਮੇਰੀ ਮਾਂ ਦੀ ਰੀਤ ਸੀ। ਸਾਡੇ ਪੰਜਾਬ ਦੀ ਰੀਤ ਹੈ ਕਿ ਭੈਣਾਂ ਜਿਹੜੀਆਂ ਨੇ ਉਹ ਭਰਾਵਾਂ ਦਾ ਤੇ ਬਹੁਤਾ ਕਰਦੀਆਂ। ਬਿਲਕੁਲ ਸਹੀ। ਤੇ ਉਸ ਤੇ 'ਚ ਫਿਰ ਮਾਂ ਨੇ ਮੈਨੂੰ ਕਿਹਾ ਕਿ ਲੇਕਿਨ ਰੱਬ ਸੋਹਣੇ ਦਾ ਕਰਮ ਹੈ, ਜਦੋਂ ਮਾਂ ਬਾਪ ਫੈਸਲਾ ਕਰਦੇ ਆ ਉਹ ਫੈਸਲਾ ਬਹੁਤ ਸੋਹਣਾ ਹੁੰਦਾ। ਤੇ ਉਹ ਜਦੋਂ ਮੇਰੇ ਘਰ ਆਈ ਹੈ, ਇੱਕ ਲੰਬਾ ਪੈਂਡਾ ਹੋ ਗਿਆ, ਲੰਬਾ ਸਫ਼ਰ ਅਸੀਂ ਇਕੱਠਿਆਂ ਕਰ ਲਿਆ, ਤੇ ਮੈਂ ਸਮਝਦਾ ਕਿ ਉਹਦੇ ਲਈ ਵੀ ਮੈਂ ਨਜ਼ਮਾਂ ਲਿਖੀਆਂ। ਅਸਲ 'ਚ ਇੱਕ ਇੱਕ ਮੇਰਾ ਕਾਗਜ਼ ਜਿਹੜਾ ਹੈ ਉਹਨੇ ਸਾਂਭ ਕੇ ਰੱਖਿਆ। ਮੇਰੀ ਸ਼ਾਇਰੀ ਨਾਲ ਬੜੀ ਮੁਹੱਬਤ ਕੀਤੀ। ਕਿਆ ਬਾਤ। ਤੇ ਹੁਣ ਤੱਕ ਅਸੀਂ ਕਦੀ ਐਸਾ ਨਹੀਂ ਹੋਇਆ ਕਿ ਸਾਡੇ ਬੱਚਿਆਂ ਨੇ ਕਦੀ ਸਾਨੂੰ ਲੜਦਿਆਂ ਵੇਖਿਆ ਹੋਵੇ। ਬੱਚੇ ਕਿੰਨੇ ਤੁਹਾਡੇ? ਮਾਸ਼ਾਅੱਲਾ। ਬੱਚੇ ਮਾਸ਼ਾਅੱਲਾ ਮੇਰੇ 4, ਤੇ 2 ਬੇਟੇ 2 ਬੇਟੀਆਂ। ਮੈਂ ਛੋਟੀ ਜਿਹੀ ਪਾਨਾਂ ਵਾਲੀ ਦੁਕਾਨ ਹੈ, ਤੁਹਾਨੂੰ ਪਤਾ ਹੈ, ਅਗਰ ਕਹੋਗੇ ਤਾਂ ਤੁਹਾਨੂੰ ਅੱਜ ਪਾਨ ਵੀ ਖਵਾਏ ਜਾਣਗੇ। ਲੇਕਿਨ ਰੱਬ ਸੋਹਣੇ ਦਾ ਕਰਮ ਇਹ ਰਿਹਾ ਕਿ ਬੱਚੇ ਪੜ ਗਏ। ਸ਼ਾਇਰੀ ਲੋਕ ਕਹਿੰਦੇ ਕਿ ਭੁੱਖ ਹੀ ਹੈ, ਬਲਕਿ ਉਹ ਕਹਿੰਦੇ ਕਿ ਜਦੋਂ ਬੰਦਾ ਸ਼ਾਇਰ ਬਣਦਾ ਕਿ ਭੁੱਖ ਆਪ ਬੂਆ ਵੇਖ ਲੈਂਦੀ ਆ ਕੇ। ਲੇਕਿਨ ਅੱਲਾ ਦਾ ਕੋਈ ਖਾਸ ਰੱਬ ਸੋਹਣੇ ਦਾ ਕਰਮ ਰਿਹਾ ਕਿ ਮੇਰੀ ਫੈਮਿਲੀ ਸਮਝਦੀ ਹੈ ਕਿ ਸ਼ਾਇਰੀ ਦੀ ਵਜ੍ਹਾ ਨਾਲ ਵੀ ਸਾਡੇ ਘਰ 'ਚ ਖੁਸ਼ਹਾਲੀ ਜ਼ਿਆਦਾ ਹੈ, ਕਿ ਸ਼ਾਇਰੀ ਨੇ ਮੈਨੂੰ ਬੜਾ ਖੁਸ਼ ਦਿੱਤਾ। ਕੀ ਬਾਤ। ਹਾਂ, ਬਲਕਿ ਉਹ ਸ਼ਾਇਰੀ ਤੋਂ ਇੰਨਾ ਕੁਛ ਮੈਨੂੰ ਮਿਲਿਆ ਕਿ ਬੜੀ ਬੇਟੀ ਜਿਹੜੀ ਹੈ ਉਹ ਪੰਜਾਬੀ ਨਾਲ ਇੰਨੀ ਮੁਹੱਬਤ ਕਰਦੀ ਸੀ, ਮੇਰੇ ਘਰ 'ਚ ਪੰਜਾਬੀ ਨਾਲ ਇੰਨਾ ਪਿਆਰ ਕਰਦੇ ਆ ਸਾਰੇ ਕਿ ਉਹਨੇ ਮੈਨੂੰ ਆਪ ਕਿਹਾ ਕਿ ਅੱਬੂ ਜੀ ਮੈਂ ਨਾ ਐਮਏ ਪੰਜਾਬੀ ਕਰਨਾ। ਤੇ ਮੈਂ ਕਿਹਾ ਠੀਕ ਹੈ ਬੇਟੇ ਤੂੰ ਐਮਏ ਪੰਜਾਬੀ ਕਰ। ਫਿਰ ਉਹਨੇ ਐਮਏ ਪੰਜਾਬੀ ਕੀਤਾ, ਫਿਰ ਐਮਫਿਲ ਕੀਤਾ, ਤੇ ਮਾਲਕ ਮਿਹਰਬਾਨ ਹੋ ਗਿਆ ਤੇ ਉਹ ਲੈਕਚਰਰ ਹੋ ਗਈ ਪੰਜਾਬੀ ਦੀ, ਜਿਹੜਾ ਵਾਲੇ ਰੋਡ ਤੇ ਬੇਟੀ ਪੜ੍ਹਾ ਰਹੀ ਹੈ। ਤੇ ਮੈਂ ਵਸੀਅਤ ਕੀਤੀ ਹੈ, ਮੈਂ ਤੁਹਾਨੂੰ ਦਿਖਾਵਾਂਗਾ ਬਾਹਰ ਮੇਰੇ ਕੋਲ ਬਹੁਤ ਬੁੱਕਸ ਹੈ, ਕੁਛ ਬੋਰੀਆਂ 'ਚ ਪਈਆਂ, ਕੁਛ ਲੱਗੀਆਂ ਨੇ। ਤੇ ਮੈਂ ਵਸੀਅਤ ਕੀਤੀ ਸੀ ਕਿ ਮੈਂ ਜਦੋਂ ਚਲਾ ਜਾਵਾਂ ਦੁਨੀਆ ਤੋਂ ਤੇ ਬਾਕੀ ਤਾਂ ਪੁੱਤਰਾਂ ਨੇ ਵੰਡਣਾ ਹੀ ਵੰਡਣਾ ਹੁੰਦਾ, ਲੇਕਿਨ ਕਿਤਾਬਾਂ ਪੰਜਾਬੀ ਦੀਆਂ ਜਿੰਨੀਆਂ ਵੀ ਹੈ, ਮੇਰਾ ਜੋ ਕੁਛ ਹੈ ਉਹ ਮੇਰੇ ਤੋਂ ਬਾਅਦ ਮੇਰੀ ਬੇਟੀ ਦਾ। नाश्ते की मेज़ पर आतिफ साहब हैं, उनकी मिसेज़ हैं, उनकी बेटी हैं, उनसे बातचीत करते हैं, जानते हैं कि एक उनकी अहलिया की नज़र में
क्या मकाम है उनका AH आतिफ साहब का, और फिर बेटी जो है वो बाप के बारे में क्या कहती हैं। सबसे पहले उनकी अहलिया मोहतरमा कहिएगा जी, आतिफ साहब के साथ जब से आपकी शादी हुई कितनी बार लड़ाई हुई आपकी? लड़ाई तो कभी हुई नहीं। हाँ जी, वैसे कभी हो तो किस बात पे होती? थोड़ी थोड़ी बहुत ही होती है और इतनी ज़्यादा तो होती नहीं है। तो वैसे नाराज़ कौन होता है ज़्यादा? नाराज़ तो मैं ही होती हूँ, ये नहीं होती। अच्छा, तो फिर मनाते भी यही होंगे जी बिल्कुल यही मनाते या हैं। खुद ही मान जाते हैं? नहीं नहीं, खुद ही तो नहीं, मनाते हैं ये। इनकी लड़ाई इस बात पे नहीं होती है, नॉर्मल लड़ाई होती है कि आप कुछ ऐसा काम कर रहे हैं ना जिससे नुकसान हो रहा है, उस पे लड़ाई बेगुमात करती हैं। मेरी वालदा जो है ना वो ज़्यादातर इस बात पे लड़ाई करती हैं कि आप इतने अच्छे क्यों हैं, आप सबके साथ अच्छे क्यों रहते हैं। वाह वाह वाह, क्या बात, सच है ना जी। देखें वो पकड़ लिया ना, बेटी ने बता दिया सब कि आप इतने अच्छे क्यों हैं। हाँ, आप हैं, अच्छा, ये सबके वैसे साथ अच्छे हैं। और ख़ास तौर पर ये होगा, ये जो सबके साथ आप कह रही हैं ना, तो मैं समझ रहा हूँ सब कौन है। तो ये सब जो हैं, हम नाम नहीं लेते किसी का, लेकिन बहरहाल वो सबके साथ अच्छा होना इतना अच्छा नहीं लगता। इन्होंने कहा आप इनकी शायरी से बड़ी मोहब्बत करती हैं, इनका बिल्कुल। कलाम संभाल के रखा हुआ है, जी, किताबें वाह, संभाल के ये रखी हैं। हकीकत बात है। मुझे बहुत लगाव है इनकी शायरी से, और मेरी ख्वाहिश भी है कि इनकी ज़्यादा से ज़्यादा बुक्स आएँ। वाह, वेरी हाँ। गुड, ज़बरदस्त। मुझे खुद इनकी शायरी के साथ बहुत ही लगाव है, और अल्हम्दुलिल्लाह इनकी शायरी की वजह से आज हम इस मकाम पे पहुँचे हैं। मेरे बच्चे की एजुकेशन, ये बेटी प्रोफेसर है, इनकी शायरी के साथ ही सारा मसला है हमारे घर। अच्छा, इनकी शायरी इतनी खूबसूरत है, पंजाबी ज़ुबान में इतना आला कलाम इन्होंने कहा है, जी तो कभी आपको महसूस हुआ है कि मतलब बड़ा दिमाग ख़राब हो जाता है जब बंदे को इतना बड़ा वो मकाम मिल जाता है? नहीं नहीं, तो ये ऐसा नहीं बात कभी? नहीं नहीं, ये नहीं, दिमाग ख़राब नहीं होता, लेकिन हम ज़रूर कहते हैं कि आप सादा से बंदे हैं। आपकी इतना अल्लाह ताला ने आपको इतना नवाजा है, लेकिन जो लोगों को देखते हैं ना कि लोग कैसा आपके साथ करते प्यार हैं, करते प्यार हैं, करते आपको हैं, इतना- और बंदे को खुशी भी होती है। वैसे घर वाले नहीं मानते होंगे, बाकी दुनिया मान रही होंगी। लेकिन नहीं, वो ही गल हो जाती है ना कि घर की मुर्गी दाल दाल बराबर, बराबर है। हाँ जी, वो भी हो जाती है, लेकिन नहीं, लेकिन वैसे तो घर से मिर्ज़ा हाँ गालिब भी जी। तंग ही थे, वो कहते लेकिन है कि मैं इस तरह नहीं करती हैगी कि ਇਹਨਾਂ ਨੂੰ ਕਹਾਂ ਕਿ ਜੀ ਤੁਹਾਡੀ शायरी तो ਮੈਨੂੰ बड़ी एलर्जी है, ਤੁਸੀਂ इंज नहीं करते, नहीं। लेकिन ये मेरा अच्छा ख्याल बाकी जिम्मेदारियां भी पूरी करते हैं। हाँ जी, ये अच्छी बात ये है अल्हम्दुलिल्लाह, कि बच्चे वो सारी हैं, फैमिली को लेके चलते हाँ हैं, जी। पूरी जिम्मेदारियां पूरी करते हैं। सारियां ऐसा नहीं कि जिम्मेदार- सिर्फ शायरी करते नहीं हैं। नहीं नहीं नहीं। बेटी से बात करते हैं। आप लेक्चरर हैं जी, पंजाबी? पंजाबी। ये पंजाबी में आपने किया, MA किया, तो ये कैसे शौक हुआ? वाले साहब की शायरी सुन सुन के? वाले साहब की वजह से। आपकी इंस्पिरेशन आपके वाले साहब? वाले साहब, बल्कि मैं ਜਿਹੜੇ ਕਾਲਜ ਵਿੱਚ ਲੈਕਚਰ ਵੀ ਸਾਡੇ ਨਵੇਂ ਆਉਂਦੇ ਨੇ ਨਾ, ਸਾਰੇ ਪੜ੍ਹਨਹਾਰ ਜਿੰਨੇ ਸਾਡੇ ਫਸਟ ਈਅਰ ਦੇ ਨਵਾਂ ਬੈਚ ਬੈਠਦਾ, ਜਿਵੇਂ ਸੈਸ਼ਨ ਸਟਾਰਟ ਹੁੰਦਾ ਹੈ ਨਾ, ਅਸੀਂ ਉਹਨਾਂ ਨੂੰ, ਮੈਂ ਆਪਣੇ ਵਾਲੇ ਸਾਹਿਬ ਦੇ ਉੱਤੋਂ ਹੀ ਸਟਾਰਟ ਕਰਨੀ ਆ। Very ਜਦੋਂ ਨਵਾਂ ਸੈਸ਼ਨ ਸਟਾਰਟ ਹੁੰਦਾ ਹੈ ਨਾ, ਉਹ ਕਹਿਣਗੇ ਮੈਡਮ ਤੁਸੀਂ ਕੋਈ ਸ਼ੇਰ ਸੁਣਾਓ ਬੱਚਿਆਂ ਨੂੰ, ਜਿਹਦੇ ਤੋਂ ਬੱਚੇ ਇਨਸਪਾਇਰ ਹੋਣ। ਤੇ ਉਹ ਮੇਰੇ ਵਾਲੇ ਸਾਹਿਬ ਦਾ ਇੱਕ ਸ਼ੇਰ ਹੈ, ਖੋਜੀ ਬਣ ਕੇ ਇਸ ਧਰਤੀ ਦੀਆਂ ਨਵੀਆਂ ਪਰਤਾਂ ਖੋਲੋ, ਬਣ ਜਾਓ ਸਰਨਾਮਾ ਜਗ ਦੀ ਨਵੀਂ ਕਹਾਣੀ ਉੱਤੇ। वाह 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 ਤੇ वाह वाह ਇਸ ਸ਼ੇਰ ਦੇ वाह, ਉੱਤੋਂ वाह, ਜਦੋਂ ਮੈਂ क्या ਸਟਾर्ट ਕਰਦੀ बात, ਹਾਂ। क्या बात। ये रिसर्च करने का दावा दे रहे हैं, तो ये प्लीज़ मुकर्रर प्लीज़ दोबारा कहिएगा। खोजी बन के ਖੋਜੀ ਬਣ ਕੇ ਇਸ ਧਰਤੀ ਦੀਆਂ ਨਵੀਆਂ ਪਰਤਾਂ ਖੋਲੋ, नई तहें खोलें, नई गिरें खोलें, इस धरती की रिसर्च करें और नई नई बातें दरियाफ्त करें। ਬਣ ਜਾਓ ਸਰਨਾਵਾ ਜਗ ਦੀ ਨਵੀਂ ਕਹਾਣੀ ਉੱਤੇ। जग की नई कहानी का टाइटल बन जाए। ਨਵੇਂ ਨਵੇਂ ਰੁੱਖ ਲਾਉਣ ਦੀ ਆਦਤ ਜੇ ਆਦਤ ਨਾ ਪਾਈ, आहा, ਇੱਕ ਦਿਨ ਸੋ ਆਲਣਾ ਹੋਸੀ ਇੱਕ ਇੱਕ ਟਾਣੀ ਉੱਤੇ। वाह 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 वाह। ਜਿਸ ਵੇਲੇ ਬੇਟੀ MPhil ਦਾ ਇੰਟਰਵਿਊ ਦੇਣ ਵਾਸਤੇ ਗਈ ਤੇ ਉਹਨਾਂ ਨੇ ਨਾ ਮੇਰੀਆਂ ਹੀ ਕਿਤਾਬਾਂ ਦੇ ਨਾਮ ਇਹਦੇ ਕੋਲੋਂ ਪੁੱਛੇ वाह, ਕਿ ਇਹ ਆਤਿਫ ਦੀਆਂ ਕਿਤਾਬਾਂ ਦੇ ਨਾਮ ਦੱਸੋ। क्या बात, ਫਿਰ ਇਹਨੇ ਨਾਮ ਦੱਸੇ, ਫਿਰ ਬੱਚਿਆਂ ਨੂੰ ਪਤਾ ਲੱਗਦਾ ਕਿ वाह, हाँ उस बहुत नज़म बड़ी- में एक दो बंद सुना दो। बहुत बड़ी ऑनर है जी, बहुत बड़ी बात है ਮੈਂ ਜਦੋਂ कि आप इंटरव्यू देने गए हों हाँ। तो आपसे वो जो पैनलिस्ट हैं वो आपके वाले साहब की किताबों का पूछें, कितनी बड़ी ऑनर है, ज़बरदस्त। प्लीज़ ਬਹੁਤ ਫਖਰ ਦੀ ਗੱਲ ਸੀ ਜਦੋਂ ਉਹਨਾਂ ਨੇ ਮੇਰੇ ਨਾਲ ਇਹ ਗੱਲ ਕੀਤੀ ਤੇ ਮੈਂ ਮੁਸਕਰਾ ਕੇ ਜਵਾਬ ਦੇ ਦਿੱਤਾ, ਪਰ ਮੈਂ ਮੈਂਸ਼ਨ ਨਹੀਂ ਕੀਤਾ ਕਿ ਮੇਰੇ ਵਾਲਿਦ ਸਾਹਿਬ ਨੇ। ਇੰਟਰਵਿਊ ਮੇਰਾ ਸਾਰਾ ਖਤਮ ਹੋ ਗਿਆ, ਉਸ ਤੋਂ ਬਾਅਦ ਉਹਨਾਂ ਪ੍ਰੋਫੈਸਰਾਂ ਨਾਲ ਮੇਰੀ ਕਿਤੇ ਮੁਲਾਕਾਤ ਹੋ ਗਈ।
ਜਦੋਂ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਨਾ ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਤੁਸੀਂ ਮੇਰਾ ਇੰਟਰਵਿਊ ਲਿਆ ਸੀ, ਤੁਹਾਨੂੰ ਯਾਦ ਹੋਏਗਾ। ਉਹਨਾਂ ਨੇ ਕਿਹਾ ਜੀ ਮੈਡਮ ਸਾਨੂੰ ਯਾਦ ਹੈ, ਤੁਸੀਂ ਸਾਡੇ ਪੈਨਲ 'ਚ ਆਏ ਸੀ, ਉਸ ਵੇਲੇ ਅਸੀਂ ਤੁਹਾਡਾ ਇੰਟਰਵਿਊ ਲਿਆ ਸੀ, ਤੁਸੀਂ ਤੁਹਾਡੇ 'ਚ ਟੈਲੈਂਟ ਹੈ ਸੀ, ਅਸੀਂ ਤੁਹਾਨੂੰ ਅਪਰੂਵ ਕੀਤਾ। ਮੈਂ ਕਿਹਾ ਸਰ ਤੁਸੀਂ ਜਦੋਂ ਕਿਤਾਬਾਂ ਦੇ ਨਾਮ ਪੁੱਛੇ ਸੀ ਨਾ, ਕਹਿੰਦੇ ਜੀ। ਮੈਂ ਕਿਹਾ ਮੇਰੇ ਵਾਲਿਦ ਸਾਹਿਬ ਸੀ। ਫਿਰ ਉਹਨਾਂ ਨੇ ਮੈਨੂੰ ਕਿਹਾ ਬੇਟੇ ਤੂੰ ਇੱਕ ਵਾਰੀ ਫਿਰ ਮਿਲ ਮੈਨੂੰ, ਤੂੰ ਤੇ ਮੇਰੀ ਬੱਚੀ ਹੈ, ਤੂੰ ਤੇ ਆਤਿਫ ਸਾਹਿਬ ਦੀ ਬੇਟੀ ਹੋ ਬੇਟੇ, ਤੂੰ ਦੱਸਿਆ क्यों नहीं उस वेले। ज़बरदस्त ज़बरदस्त, एक्सीलेंट। आतिफ साहब के साहबजादे नुमान ने हमें ज्वाइन किया है। नुमान साहब की बात तो भी सुनते हैं। नुमान साहब क्या कहेंगे वालिद साहब के बारे में, इनकी शायरी, इनका फ़न, इनकी शख्सियत और बैसियत। फ़ादर आम तौर पे तो शायरों को हमने देखा है वो घर वालों को बड़े गिले शिकवे रहते हैं। नहीं, ऐसी कोई बात नहीं है। ये घर में भी बहुत अच्छे हैं, ये दोस्त जैसे हैं हमारे ना। हर जो भी कोई इशू हो या कोई भी हमें हो ना, तो बताने से पहले इनको पता होता सारा कुछ। ये खुद ही कहते थे ये इशू है, कुछ नहीं होता। बेशक कोई भी इशू हो, लाइफ का भी कोई इशू हो या पैसों का कोई इशू हो या जॉब का कोई इशू हो, हाँ शक्ल देख के बता देते हैं। इनको पता होता है कि कुछ ना कुछ चल रहा है। हाँ कुछ ना कुछ चल रहा है। गुड। हाँ इनको पता होता है। अगर कोई बंदा फॉर एग्जांपल मैं अक्सर जो होता हूँ ना, थका हुआ आता हूँ जॉब से, तो इनको पता होता है इसको क्या क्या चाहिए, तो आते वक्त खाने की चीज़ें भी लेके आते हैं मेरे लिए कि मेरे बेटे को ये पसंद है। तो शायरी तो इनकी माशाल्लाह से सभी जानते हैं, फेमस है हर जगह पे। जब मैं जॉब करता हूँ वहाँ पे भी सभी को पता है, हत्ता कि मैं बताता नहीं हूँ, पहले नहीं बताता मैं किसी को, लेकिन उनको पता होता है। आप यह चाहते थे बेटे? जी जी जी, तो उनको पहले ही पता होता है। हत्ता कि ये तो वैसे आपको भी थोड़ी सी शायरी से है लगाव, कोई एक आध शेर याद किया होगा? नहीं या शायरी तो उनको याद है मुझे। कोई एक आध शेर सुना दें। यही इनकी जो गूंगे वांगर थोथियां गल्लां, कोई समझ ना पावे, गिरा जुबान दी खोल दे रब्बा, गल समझानी आवे। हाय 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 हाय, क्या बात है, क्या बात है। फैमिली के बारे में आप कोई दो जुमले कहिए। हाँ बिल्कुल जी। अच्छा फैमिली के हवाले नाल डॉक्टर साहब मैं ना मेरी फैमिली है लेकिन थोड़ी जी अधूरी है। वो बड़ी बेटी है, एक छोटी बेटी है, वो साडे लिए खाना खुना बना रही है, थले बन गया हुण। बेगम साहबा नाल तुसी बात होगी, छोटे बेटे नाल होगी। अच्छा जिहड़ा मेरा बड़ा बेटा है ਉਹਦੇ ਵਿੱਚ ਜਿੱਦਾਂ ਉਸ ਬੇਟੀ ਵਿੱਚ ਮੇਰੇ ਵਾਲੀਆਂ ਬਹੁਤ ਜ਼ਿਆਦਾ ਕੁਆਲਿਟੀਆਂ ਨੇ, ਲਹੂ 'ਚ ਸ਼ਾਮਲ ਹੁੰਦੀਆਂ ਕੁਝ ਚੀਜ਼ਾਂ। ਪਰ ਜਿਹੜਾ ਮੇਰਾ ਬੜਾ ਬੇਟਾ ਹੈ ਨਾ, ਤੇ ਉਹਦੇ 'ਚ ਬਹੁਤ ਜ਼ਿਆਦਾ ਬਦਰਜਾ ਉੱਤਮ ਹੈ ਉਹਦੇ 'ਚ ਉਹ ਸਾਰਾ ਕੁਝ। ਇਸ ਵੇਲੇ UK PhD ਕਰਨ ਵਾਸਤੇ ਗਿਆ, SN ਆਤਿਫ ਉਹਦਾ ਨਾਮ ਹੈ। ਤੇ ਜਦੋਂ ਤੁਸੀਂ City 41 ਨਵਾਂ ਸ਼ੁਰੂ ਕੀਤਾ ਨਾ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਉੱਥੇ ਚੱਲ ਜਾ, ਬਹੁਤ ਅੱਛਾ ਬੇਟਾ ਹੋਵੇ। ਲੇਕਿਨ ਪੂਰੀ ਫੈਮਿਲੀ असल मैं अपने बाप को ज़्यादा सीखा, बल्कि मैं शायराना नावल निगाराना आलमाना मैनू एक हिरख है कि माँ नू जिन्नी असी अहमियत दिंदे ना, असी बाप दे किरदार नू कदी अहमियत नहीं दी। लेकिन मैं समझना कि जिहड़े क्रेडिट माँ लै रही हुंदी है बच्चों कोलों, उहदे पिछे भी प्यो खलोता हुंदा है। प्रोफेसर मोहम्मद अयूब आतिफ साहब के मोहल्लेदार भी हैं, दोस्त भी हैं और शायर भी हैं। उनकी बातें, उनकी ऑब्ज़र्वेशन और उनकी गुफ्तगू बहुत रेलेवेंट है। जानते हैं वो क्या कहते हैं आतिफ साहब के बारे में, कहिएगा जी प्रोफेसर साहब। अस्सलाम वालेकुम जी सब दोस्तों को। सबसे पहले तो मैं शायर, महल्लेदार, ये सारी बातें जो है बाद में, इन सब से बड़ा एक लफ्ज़ होता है इंसान। मैं चाहूँगा कि हमारे उस्ताद भी हैं, दोस्त हैं, महल्लेदार, सारे जितने खूबसूरत इंसान हैं ना, इनसे बड़ी कोई डिग्री इनके पास नहीं होगी। हमारे साथ मौजूद हैं पंजाबी ज़बान व अदब के बहुत बड़े शायर, जिन्होंने पंजाबी की इतनी बड़ी खिदमत की कि एक उस पर पूरी लुग़त भी पंजाबी की तैयार की। बड़ी मेहनत से उन्होंने लिखी। उनकी अपनी बहुत सारी किताबें शायरी की आ चुकी हैं। मुशायरों की जान होते हैं सैयद आरिफ हुसैन बुखारी। उनसे भी जानते हैं कि AH आतिफ साहब के बारे में, उनके नाम और मकाम के बारे में कि शायरी में, पंजाबी शायरी में उनका क्या नाम है, किस मकाम पे वो खड़े हैं। बुखारी साहब कुछ कहिएगा। इस शहर दे विच बड़े बड़े दानश्वर होए ने, बड़े बड़े बाशऊर लोग होए ने, बड़े बड़े सियासतदान होए ने, लेकिन इस मिट्टी नाल मुहब्बत करन वाला, इस पंजाब दे नाल मुहब्बत करन वाला, इस रैतल दे नाल मुहब्बत करन वाला, साडी जिहड़ी ये पंजाब दी रैतल हैगी आ, साडी जिहड़ी ये वसों हैगी आ, ਉਹਦੇ ਨਾਲ ਉਹਦੇ ਵਿੱਚ ਰਚਿਆ ਹੋਇਆ, ਉਹਦੇ ਵਿੱਚ ਭਰਿਆ ਹੋਇਆ, ਉਹਦੇ ਵਿੱਚ ਲਿਬੜਿਆ ਹੋਇਆ ਮੁੰਡਾ
आतिफ साहब, ये आपकी ज़िंदगी में, आपकी शायरी में जो इतना ज़्यादा पंजाबी के, ठेठ पंजाबी के अल्फाज हैं, जो कि जिनमें से आज की नस्ल भी बहुत सारे अल्फाज को नहीं जानती, ये अल्फाज आपने कहाँ से ढूंढे? हमारे यहाँ तो ये आजकल इस्तेमाल भी नहीं होते। ਬਹੁਤ ਅੱਛੀ ਗੱਲ ਕੀਤੀ ਤੁਸੀਂ। ਅਸਲ 'ਚ ਜੀ ਮੈਂ ਸਮਝਣਾ ਕਿ ਜਿਹੜਾ ਸਾਡੀ ਪੰਜਾਬੀ ਦੀ ਲੁਗਤ ਹੈ ਨਾ, ਉਹ ਰਾਵੀ ਤੇ ਛਨਾ ਦੇ ਕੰਢੇ ਤੇ ਲੁਕੀ ਹੋਈ ਹੈ, ਉਹ ਲੱਭਣੀ ਪੈਂਦੀ ਹੈ। ਮੈਂ ਲੋਕਾਂ ਕੋਲੋਂ ਜਾ ਕੇ, ਲੋਕਾਂ ਨਾਲ ਗੱਲਾਂ ਕਰਕੇ, ਕਿ ਜਿਨ੍ਹਾਂ ਨੂੰ ਅਸੀਂ ਮਤਰੂਕ ਕਹਿ ਦਿੰਦੇ ਆ, ਉਹ ਅੱਖਰ ਜਿਹੜੇ ਆ ਉਹ ਲੱਭਣ ਦੀ, ਚੁਣਨ ਦੀ ਕੋਸ਼ਿਸ਼ ਕੀਤੀ। ਮੈਂ ਇੱਕ ਨਜ਼ਮ ਸੁਣਾਉਣਾ ਤੁਹਾਨੂੰ, ਉਹਦੇ 'ਚ ਦੇਖਣਾ ਜ਼ਰਾ। ਔਰ ਉਹ ਨਜ਼ਮ ਅੱਜ ਦੇ ਹਵਾਲੇ ਨਾਲ ਹੈ, ਅਮਨ ਦੇ ਹਵਾਲੇ ਨਾਲ ਹੈ, ਫਲਸਤੀਨ ਦੇ ਹਵਾਲੇ ਨਾਲ ਕਹਿ ਸਕਦੇ ਤੁਸੀਂ। ਨਜ਼ਮ ਦੇਖਣਾ ਕਿ ਠੇਠ ਅਮਨ ਦੇ ਠੇਕੇਦਾਰੋ, ਠੇਠ ਅਮਨ ਦੇ ਠੇਕੇਦਾਰੋ, ਸੁੱਖ ਹਯਾਤੀ ਦੇ ਝਾਂਸੇ ਵਿੱਚ ਸੜਕਾਂ ਉੱਤੇ ਪੱਥਰਾਂ ਦੀ ਥਾਂ ਮਜ਼ਲੂਮਾਂ ਦੀਆਂ ਲਾਸ਼ਾਂ ਧਰ ਕੇ ਲੁੱਕ ਦੀ ਥਾਂ ਤੇ ਲਹੂ ਨਾ ਛਿੜਕੋ। ਤਾਕਤ ਦੇ ਬਲਡੋਜ਼ਰ ਹੇਠਾਂ ਨਾ ਸ਼ਹਿਰਾਂ ਦੇ ਸ਼ਹਿਰ ਲਤਾੜੋ, ਇੱਛਿਆ ਧਾਰਿਓ ਸਿਰ ਘੁੱਗੀਆਂ ਦੇ ਆਲਣੇ ਧਰ ਕੇ ਵਾਵਾਂ ਦੇ ਵਿੱਚ ਜ਼ਹਿਰ ਨਾ ਘੋਲੋ। ਇੱਛਿਆ ਧਾਰਿਓ ਸਿਰ ਘੁੱਗੀਆਂ ਦੇ ਆਲਣੇ ਧਰ ਕੇ ਵਾਵਾਂ ਦੇ ਵਿੱਚ ਜ਼ਹਿਰ ਨਾ ਘੋਲੋ। ਇਹ ਨਾ ਭੁੱਲੋ ਜਿਹੜੀ ਰਾਤ ਜ਼ੁਲਮ ਦੇ ਪਾਰੋਂ, ਜਿਹੜੀ ਰਾਤ ਜ਼ੁਲਮ ਦੇ ਪਾਰੋਂ ਮਜ਼ਲੂਮਾਂ ਦੇ ਵੇੜੇ ਲੱਥੀ, ਇਸ ਤਰੱਠੀ ਰਾਤ ਦੀ ਕੁੱਖੋਂ ਅਣਖ ਪਰੁੱਚੀ ਪਉ ਫੁੱਟਣੀ ਹੈ। ਸਾਂਝ ਦਾ ਇਹ ਸੂਰਜ ਚੜ੍ਹਨਾ, ਮਜ਼ਲੂਮਾਂ ਨੇ ਇਕੱਠਿਆਂ ਹੋ ਕੇ ਲਾਸ਼ਾਂ ਨਹੀਂ ਫਿਰ ਸਿਰ ਚੁੱਕਣੇ ਨੇ, ਫਿਰ ਨੱਸਣ ਦਾ ਰਾਹ ਨਹੀਂ ਲੱਭਣਾ, ਇੱਕ ਵੀ ਮੰਗਵਾ ਸਾਹ ਨਹੀਂ ਲੱਭਣਾ। कब्रिस्तान बाबा कायम साईं पहुँचे हैं अपने वालिदैन की कब्रों पर फातह खानी के लिए। आइए लिए चलें आप। ਪੰਜਾਬੀ ਸ਼ਾਇਰੀ ਮੈਂ ਕਰਦਾ ਸੀ, ਵੱਡੇ ਭਾਈ ਨੂੰ ਕਹਿੰਦੇ ਵੀ ਯਾਰ ਕੋਈ ਸ਼ੇਰ ਕਹਿ। ਫਿਰ ਮੈਂ ਉਦੋਂ ਵਾਲੀ ਸਾਹਿਬ ਲਈ ਲਿਖਿਆ ਕਿ ਰੋਸ਼ਨ ਕੁਸ਼ਾਦਾ ਲਹਿਦ ਹੈ, ਲਹਿਦ ਹੋ जन्नत नसीब हो, वादा हो ला शरीक की कुर्बत नसीब हो, तुरबत पे रहें आपकी अल्लाह की रहमतें, महशर में मुस्तफ़ा की शफाअत नसीब। ਅੰਮੀ ਹਜ਼ੂਰ ਦੇ ਅਕਦਸ ਹਾਜ਼ਰ ਹਾਂ। ਅੱਛਾ, ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਾਂ। ਕਿਸ ਵੇਲੇ ਇਕੱਠੇ ਹੋਣਾ ਨਾ, ਤਾਂ ਮੈਂ ਕਹਿਣਾ ਅੰਮਾ ਤੁਹਾਡੀਆਂ ਦੁਆਵਾਂ ਨਾ ਜਾਂ ਤਾਂ ਵੱਡੇ ਭਰਾ ਲਈ ਜਾਂ ਛੋਟੇ ਲਈ, ਮੇਰੀ ਜ਼ਿੰਦਗੀ 'ਚ ਜੋ ਕੁਛ ਹੈ ਮੇਰੇ ਅੱਬੂ ਦੀਆਂ ਦੁਆਵਾਂ ਨੇ। ਅੰਮਾ ਨੇ ਕਦੀ ਖੁਸ਼ ਹੋ ਜਾਣਾ, ਕਦੀ ਨਾਰਾਜ਼ ਹੋਣਾ। ਤੇ ਮੈਂ ਵਾਲਿਦ ਸਾਹਿਬ ਲਈ ਇੱਕ ਨਜ਼ਮ ਕਹੀ ਤੇ ਫਿਰ ਅੰਮਾ ਨੂੰ ਸੁਣਾਈ, ਲੇਕਿਨ ਫਿਰ ਖੁਸ਼ ਹੋਏ। ਤੇ ਉਹਨਾਂ ਦੇ ਸਾਹਮਣੇ ਖਲੋ ਕੇ ਫਿਰ ਸੁਣਾ ਰਿਹਾ। ਨਜ਼ਮ ਹੈ ਜੀ, ਜਿਹਦਾ ਸਰਨਾਮਾ ਹੈ ਮੇਰੇ ਵਿਹੜੇ ਦਾ ਰੱਬ। ਸਰਨਾਮਾ ਹੈ ਮੇਰੇ ਵਿਹੜੇ ਦਾ ਰੱਬ, ਕਿ ਬਾਪੂ ਮੈਨੂੰ ਰੁਤਬੇ ਦੇ ਵਿੱਚ ਮਾਂ ਤੋਂ 2 ਹੱਥ ਅੱਗੇ। ਬਾਪੂ ਮੈਨੂੰ ਰੁਤਬੇ ਦੇ ਵਿੱਚ ਮਾਂ ਤੋਂ 2 ਹੱਥ ਅੱਗੇ, ਉਹ ਤੇ ਰੱਬ ਦੇ ਵਾਂਗੂ ਮੈਨੂੰ ਪਾਲਣ ਹਾਰਾ ਲੱਗੇ। ਤੇ ਸਿੱਧੀ ਸਾਵੀਂ ਗੱਲ ਏ ਕਾਹਦੇ ਲੰਮ ਸਲਮੇ ਝੇੜੇ, ਭੀੜ ਪਈ ਤੇ ਰੱਬ ਦੇ ਵਾਂਗੂ ਸ਼ਾਰਕ ਤੋਂ ਵੀ ਨੇੜੇ। ਭੀੜ ਪਈ ਤੇ ਰੱਬ ਦੇ ਵਾਂਗੂ ਸ਼ਾਰਕ ਤੋਂ ਵੀ ਨੇੜੇ। फैसलाबाद की ख़वातीन सहाफ़ियों की तंजीम के ज़ेर एहतमाम यहाँ एक तकरीब मुनक़द हो रही है म्यूनसिपल कॉरपोरेशन फैसलाबाद के हाल में। आइए आपको लिए चलें। फैसलाबाद मोहतरमा सिलवत सईद साहबा मौजूद हैं हमारे साथ।
بہت ہی ایکٹیو ڈائنامک لیڈی ہیں فیصل آباد ڈویژن کے لیے، جو بہت اچھے کمشنرز فیصل آباد کو میسر آئے. میڈم کا نام ان میں بہت نمایاں ہے، ہمیشہ آرٹ اور فنون لطیفہ کی بھی سرپرستی کرتی رہی ہیں، اور آج بھی اے ایچ عاطف صاحب کی شاعری پر تاثرات ان کے لینے کے لیے ان کے پاس پہنچے ہیں. میڈم کہیے گا، اے ایچ عاطف فیصل آباد کا پنجابی کا بہت بڑا شاعر، جو اپنے شعروں کے ذریعے اپنے سماج کی تلخیوں کو، حقیقتوں کو اور سچائیوں کو سامنے لا رہا ہے، کیا کہیں گے آپ ان کے بارے میں؟ اے ایچ عاطف صاحب جو ہیں یہ ہمارے لیے جی بہت ایک بڑا سرمایہ ہے، اور اس حوالے سے بہت ایک مجھے خوشی ہے کہ وہ اس ہمارے علاقے سے بلونگ کرتے ہیں، فیصل آباد سے، اور فیصل آباد کے ایک سپوت ہیں، اور ان کے لیے الفاظ جو ہیں وہ کیا کہے جائیں کہ انہوں نے ایک تو پنجابی زبان کو زندہ رکھنے میں بہت بڑا کردار ہے اس وقت ان کا، جو کنٹمپریری شاعر ہیں، اور ان کی یہ خدمات جو ہیں یہ میرا خیال ہے ٹیسٹ آف ٹائم میں ہمیں نظر آئیں گی کہ وہ انشاءاللہ وہ کلیئر کریں اس ٹیسٹ کو، اور وہ ایک یونیورسل شاعر جو ہیں، وہ ایک یونیورسل اپنے سبجیکٹس کی وجہ سے رہے ہیں انشاءاللہ. اور میں سمجھتی ہوں کہ ہمیں پنجابی زبان کی ترویج میں ایسے تمام بڑے لوگوں کا جو ہے وہ نہ صرف ایکنالج کرنا ہے ان کا رول، بلکہ ان کو مزید جو ہے وہ ہماری سپورٹ اور ہماری جو ہے ایک ان کے لیے ایک فیسیلیٹیشن وہ چاہیے. اور گورنمنٹ آف پنجاب بھی اس حوالے سے بہت زیادہ کام کر رہی ہے، ہمارا پلاک کا ادارہ. ساتھ ہی ساتھ ہم بھی ڈویژنل اور ڈسٹرکٹ کے لیول پر کوشش کرتے ہیں کہ ان کو زیادہ سے زیادہ موقع مل سکے اور ہم لوگوں تک ان کا پیغام پہنچا سکیں. وہ اپنی شاعری کے تھرو جو معاشرے کی عکاسی کر رہے ہیں، تو وہ زبان کے لیے بھی اس خوبصورت زبان جو ہماری ہے پنجابی، اور وہ خیالات کو بھی جس طرح سے وہ پیش کرتے ہیں، تو یہ معاشرے کا سرمایہ ہے. میرے لیے، میری طرف سے ان کے لیے بہت سی نیک تمنائیں ہیں، اور اللہ تعالیٰ ان کو سلامت رکھے اور اسی طرح وہ ہمارے لیے جو ہے وہ خوبصورت شاعری لکھتے رہیں. کی بڑی باغ و بہار شخصیت یہاں جو اپوائنٹڈ ہیں، ڈائریکٹر پبلک ریلیشنز ہیں، ڈائریکٹر میوزیم فیصل آباد خورشید جیلانی صاحب، ان سے بھی جانتے ہیں کہ وہ چونکہ وہ ان کو بھی پنجابی سے بہت لگاؤ ہے اپنی زبان سے، وہ اے ایچ عاطف کی شاعری کے بارے میں کیا کہتے ہیں. جیلانی صاحب، اے ایچ عاطف ہمارے شہر کا بہت بڑا ہیرا، بہت بڑا نام، کیا کہیں گے؟ بہت شکریہ ڈوگر صاحب. میں سب سے پہلے تو آپ کا مشکور ہوں. پنجابی دا شاعر ہے تو گل بھی پنجابی چ کرنی چاہیے ہے. یہ ਧਰਤੀ ਦਾ ਉਹ ਪੁੱਤਰ ਹੈ ਜਿਹਨੇ ਆਪਣੀ ਮਾਂ ਬੋਲੀ ਦੀ ਨਾ ਸਿਰਫ ਸ਼ਾਨ ਵਧਾਈ ਹੈ, ਬਲਕਿ ਪੂਰੀ ਦੁਨੀਆ 'ਚ ਖੂਬਸੂਰਤ ਨਜ਼ਮ ਪੇਸ਼ ਕਰਨ ਦਾ ਵੀ ਜਿਸ ਤਰ੍ਹਾਂ ਇਹਨੇ ਸਰੀਕਾ ਅਪਣਾਇਆ, ਉਹ ਆਪਣੀ ਮਿਸਾਲ ਆਪ ਹੈ. ਇਹ ਹੈ ਆਤਿਫ ਦੀ ਮਿਸਾਲ ਪੰਜਾਬੀ ਸ਼ਾਇਰਾਂ 'ਚ ਇਵੇਂ ਹੀ ਹੈ ਜਿਵੇਂ ਤਾਰਿਆਂ ਵਿੱਚ ਚੰਦ ਦੇ. ਇਹ ਸਾਡਾ ਚੰਦ ਹੈ ਜਿਹੜਾ ਫੈਸਲਾਬਾਦ ਤੇ ਲੈਲਪੁਰ ਦਾ ਸੁਪੁੱਤਰ ਹੈ. ਅਸੀਂ ਹਮੇਸ਼ਾ ਦੁਆ ਗੋ ਰਵਾਂਗੇ اور رہنے ہیں کہ اللہ ادھیاں صلاحیتیں اضافہ کرے اور اسی طرح ماں بولی دی شان وداندا رہے. ویمن جرنلسٹ ایسوسی ایشن کی جنرل سیکرٹری جویریہ نذیر، اے ایچ عاطف کی شاعری کے بارے میں کیا کہتی ہیں؟ میڈم کچھ کہیے گا. ان کی شاعری ہمیشہ سے ہم نے دیکھی ہے کہ بڑی زبردست رہی ہے. اے ایچ عاطف صاحب ਤੁਹਾਡੇ ਮੁਸ਼ਾਇਰੇ ਵੀ ਅਸੀਂ ਦੇਖਦੇ ਰਹਿੰਦੇ ਸੋ, ਉੱਥੇ ਜਦੋਂ ਬੈਠਦੇ ਹਾਂ ਤੇ ਤੁਸੀਂ ਪਾਕਿਸਤਾਨ ਦੀ ਖੂਬਸੂਰਤ ਸ਼ਾਇਰੀ, ਪੰਜਾਬ ਦੀ ਹਰ ਚੀਜ਼ ਨੂੰ ਬੜੇ ਅੱਛੇ ਅੰਦਾਜ਼ 'ਚ ਬਿਆਨ ਕਰਦੇ ਹੋ. اے ایچ عاطف صاحب ਸਾਨੂੰ فخر ہے کہ ਤੁਸੀਂ فیصلاباد ਦੀ شان ہو. مروہ انتر ینگ جرنلسٹ ہیں، ویمن جرنلسٹ ایسوسی ایشن کی پریزیڈنٹ ہیں، ان کی باتیں سر جی اے ایچ عاطف کے بارے میں. ਜੀ ਫੈਸਲਾਬਾਦ ਨੂੰ ਫਨਕਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਇੱਥੋਂ ਇੱਟ ਪੁੱਟਿਆਂ ਫਨਕਾਰ ਨਿਕਲਦੇ ਨੇ. ਏ ਐਚ ਆਤਿਫ ਸਾਹਿਬ ਜਿਹੜੇ ਨੇ, ਉਹਨਾਂ ਦੀ ਜਿਹੜੀ ਸ਼ਾਇਰੀ ਹੈ ਨਾ, ਉਹ ਰੂਹਾਨੀਅਤ ਨੂੰ ਵੀ ਟੱਚ ਕਰਦੀ ਹੈ, ਸਾਡੀ ਸਕਾਫਤ ਨੂੰ ਵੀ ਟੱਚ ਕਰਦੀ ہے ਤੇ ਸਾਡੇ ਅੰਦਰ ਨੂੰ ਹਿਲਾ ਕੇ ਰੱਖਦੀ ਹੈ کہ دنیا 'ਚ ਹੋ ਕੀ ਰਿਹਾ ہے. سٹی 41 کی رپورٹر ہیں، شوبز آرٹ کو کور کرتی ہیں خلزہ لیاقت، ویمن جرنلسٹ ایسوسی ایشن کی ممبر ہیں، بڑی سرگرم. ان سے بھی جانتے ہیں کہ وہ اے ایچ عاطف کی شاعری کے بارے میں کیا کہتی ہیں. میڈم سر، اگر بات کی جائے ان کی شاعری کے حوالے سے، تو ان کی شاعری جو ہے بہت منفرد لگتی ہے، کیونکہ پنجاب جو ہے ہماری مادری زبان بھی ہے، تو
मुझे लगता है पंजाबी की शायरी जो है, जिसको पंजाबी नहीं भी आती उसको भी पंजाबी की जो शायरी होती है बहुत अट्रैक्ट करती है। और इन्होंने जिस मुख्तलिफ अंदाज से, जिस मुनफरिद अंदाज से नेचर को बयान किया है, पंजाब को बयान किया, कि अलग पिक्चर दिखाई है। क्योंकि हमारे बहुत से ऐसे लोग हैं, बहुत से ऐसे बच्चे हैं, बहुत से ऐसे नौजवान हैं जो फ़ौरन मूव कर रहे हैं, डिफरेंट सिटीज़ में जा रहे हैं और उनको पंजाब की असल हकीकत का नहीं पता। और मुझे लगता है जो इनकी शायरी एक दफ़ा पढ़ ले वो हो नहीं सकता कि पंजाब की खूबसूरती से महरूम रह जाए। मरियम रज़ा बहुत ही सरगर्म नौजवान जर्नलिस्ट, विमेन जर्नलिस्ट एसोसिएशन की मेंबर हैं, सरगर्म एक्टिव, सिटी 41 के प्लेटफॉर्म से बहुत ही ज़बरदस्त किस्म के मौज़ूआत को कवर करती हैं। शायरी से, फ़नून लतीफ़ा से, आर्ट से बहुत दिलचस्पी है उनको। कुछ बातें उनकी भी। मरियम कहिएगा। सर, सबसे पहले तो मैं आतिफ साहब का और आपका बहुत शुक्रिया करूँगी कि आप लोग यहाँ पर आए। और अगर इनकी शायरी की हम बात करें तो मुझे लगता है कि हमें इस तरह के शायरों की ज़रूरत है जो अपनी मादरी ज़ुबान का इस्तेमाल करें, उनके बारे में किताबें लिख सकें और हमारी जो नौजवान नस्ल है उसको पता चल सके कि हमारे शायर, हमारे लिखारी, हमारी कितने ज़्यादा इंपॉर्टेंट है हमारे लिए। तो इनको सलाम पेश करते हैं कि आज भी अपने उस चीज़ पर कायम है, हमारे आने वाली नस्लों को बड़ी अच्छी एग्जांपल दे रहे हैं। किस तरह के लोग अगर ज़िंदा रहेंगे तो सर आने वाली नस्लों को बड़ी अच्छी एग्जांपल मिलेगी कि वो एक बेहतर काम कर सकें। ਆਤਿਫ ਸਾਹਿਬ, ਤੁਹਾਨੂੰ ਵੀ ਕਿਸੇ ਸ਼ਾਇਰ ਨੇ ਮੁਤਾਸਰ ਕੀਤਾ, ਖਾਸ ਤੌਰ ਤੇ ਪੰਜਾਬੀ ਦੇ ਸ਼ਾਇਰ ਨੇ? ਬਿਲਕੁਲ। ਅਸਲ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਮੁਤਾਸਰ ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਕੋਲੋਂ। ਸ਼ਾਇਰ, ਪੰਜਾਬੀ ਸ਼ਾਇਰੀ ਜਿਹੜੀ ਹੈ ਨਾ ਜੀ, ਇਹ ਖੁਸ਼ਨਸੀਬ ਉਹ ਲੋਕ ਆ ਜਿਹੜੇ ਪੰਜਾਬੀ ਸ਼ਾਇਰੀ ਕਰਦੇ ਆ, ਪਰ ਅਗਰ ਕਿਰਦਾਰ ਤੇ ਗੁਫ਼ਤਗਾਰ ਤੇ ਠੀਕ ਹੋਣ। ਸਾਡਾ ਤਾਂ ਮੋਢੀ ਬਾਬੇ ਫਰੀਦ ਤੋਂ ਵੱਜਦਾ ਤੇ ਫਿਰ ਮੀਆਂ ਮੁਹੰਮਦ ਬਖਸ਼ ਨੇ, ਬਾਹੂ ਸੁਲਤਾਨ ਨੇ, ਕਿੰਨੇ ਲੋਕ ਨੇ ਇਹਦੇ ਵਿੱਚ ਤੇ ਜਿਨ੍ਹਾਂ ਨੇ ਅਮਨ ਦੀ ਗੱਲ ਕੀਤੀ, ਜਿਨ੍ਹਾਂ ਨੇ ਭਾਈਚਾਰੇ ਦੀ ਗੱਲ ਕੀਤੀ। ਲੇਕਿਨ ਅਸੀਂ ਉਹਨਾਂ ਤੋਂ ਰੂਹਾਨੀ ਫੈਜ਼ ਤੇ ਲੈਂਦੇ ਹਾਂ, ਲੇਕਿਨ ਸ਼ਾਇਰਾਂ ਦੀਬਾਂ ਨੂੰ ਚਾਹੀਦਾ ਕਿ ਕਿਰਦਾਰੀ ਫੈਜ਼ ਵੀ ਅਸੀਂ ਉਹਨਾਂ ਕੋਲੋਂ ਲਈਏ ਤੇ ਆਪਣੀਆਂ ਜ਼ਿੰਦਗੀਆਂ ਨੂੰ ਥੋੜ੍ਹਾ ਜਿਹਾ ਉਹਨਾਂ ਵਰਗਾ ਕਰਕੇ ਵੇਖੀਏ। ਮੀਆਂ ਮੁਹੰਮਦ ਬਖਸ਼ ਦੇ ਹਾਂ ਜਿਹੜੀ ਤਸ਼ਬੀਹਾਤ ਹੈ ਬੜੀ ਖੂਬਸੂਰਤ ਹੈ। ਇੱਕ ਇੱਕ ਮਿਸਰਾ ਜਿਹੜਾ ਜ਼ਰਬੁਲ ਮਿਸਲ ਹੈ, ਤੁਸੀਂ ਵੀ ਬੋਲਦੇ ਹੋ, ਮੈਂ ਬੜਾ ਫੈਨ ਉਹਨਾਂ ਦਾ, ਬਹੁਤ ਫੈਨ। ਉਹਨਾਂ ਨੇ ਸਾਡੀਆਂ ਬੜੀਆਂ, ਸਾਡੇ ਸਮਾਜ ਦੀਆਂ, ਸਾਡੀ ਰਹਿਤਲ ਦੀਆਂ, ਸਾਡੇ ਜੁੜੇ ਸਮਾਜ ਨਾਲ ਬਹੁਤ ਜੁੜੇ ਹੋਏ ਨੇ ਔਰ ਉਹਨਾਂ ਨੇ ਬੜੀਆਂ ਹਕੀਕਤਾਂ ਸਾਹਮਣੇ ਲਿਆਏ ਨੇ ਉਹ। ਔਰ ਇੰਨਾ ਗਹਿਰਾਈ ਉਹਨਾਂ ਦੇ ਕਲਾਮ 'ਚ ਔਰ ਇਤਨੀ ਕਲੈਰਿਟੀ ਹੈ ਉਹਨਾਂ ਦੀ ਗੱਲਾਂ, ਜ਼ਰਬੁਲ ਮਿਸਲ ਬਣ ਗਈ, ਜ਼ਰਬੁਲ ਮਿਸਲ ਬਣ ਗਈ। ਇੱਕ ਇੱਕ ਮਿਸਰਾ, ਹਾਏ ਹਾਏ ਨੀਚਾਂ ਦੀ ਅਸ਼ਨਾਈ ਕੋਲੋਂ ਹਾਏ, ਨਾ ਪਾਇਆ। ਵਾਹ 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 ਵਾਹ, ਕੀ ਬਾਤ ਹੈ। ਮੈਨੂੰ ਤੇ ਇੰਨਾ ਪਸੰਦ ਹੈ। ਕਿੱਕਰ ਤੇ ਅੰਗੂਰ ਚੜਾਇਆ, ਹਰ ਗੁੱਛਾ ਜ਼ਖਮਾਇਆ। ਹਾਏ ਵਾਹ ਵਾਹ ਵਾਹ। ਫਿਰ ਪੜ੍ਹੋ ਇੱਕ ਦਫਾ। ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਾ ਪਾਇਆ, ਕਿੱਕਰ ਤੇ ਅੰਗੂਰ ਚੜਾਇਆ, ਹਰ ਗੁੱਛਾ ਜ਼ਖਮਾਇਆ। ਬੇਸੁਬਾਨ, ਹਾਏ ਹਾਏ ਹਾਏ। ਦੇਖੋ ਫਿਰ ਕਿਹਾ ਕਿ ਦੁਨੀਆ ਤੇ ਜੋ ਕੰਮ ਨਾ ਆਇਆ ਔਖੇ ਸੌਖੇ ਵੇਲੇ, उस बेफैज़े संगी कोलों बेहतर यार अकेले। शायरों और अदीबों को, लिखारियों को, तख्लीक़कारों को दरख्तों से, परिंदों से, माहौल से बहुत रग़बत होती है, बहुत मोहब्बत होती है। तो जब कभी मौका मिलता है AH आतिफ साहब को ज़रूर बाग़ जना आते हैं, कुछ वक्त यहाँ गुजारते हैं। आइए देखते हैं कैसा वक्त गुजरता है उनका। तो यहाँ भी कभी कभी चक्कर लगता है आपका बाग़ जनाब में? क्या क्या चीज़ आपको खींच लाती है? यहाँ बहुत ज़्यादा चीज़ें ऐसी हैं जो इंसान को खींचती हैं। मैं कहना जिसले ना दरख्तां ਨੂੰ ਵੇਖੀਦਾ ਨਾ ਇੰਜ ਲੱਗਦਾ ਜਿਵੇਂ ਨਾ ਇੱਕ ਦੂਸਰੇ ਦਾ ਹੱਥ ਫੜ ਕੇ ਖਲੋਤੇ ਹੋਏ ਨੇ। ਅੱਛਾ, ਫਿਰ ਇਹ ਹਰਿਆਂ ਹਰਿਆਂ ਦਰਖਤਾਂ ਦੇ ਉੱਤੇ ਵੰਨ-ਸਵੰਨੇ ਰੰਗਾਂ ਦੇ ਪੰਖੂ, ਪੰਛੀ, ਉਹਨਾਂ ਦੀਆਂ ਵੱਖ-ਵੱਖ ਬੋਲੀਆਂ, ਅੱਛਾ ਇੱਕ ਦੂਜੇ ਨਾਲ ਜਿਵੇਂ ਬਾਤਾਂ ਪਾ ਰਹੇ ਹੁੰਦੇ ਆ। ਤੇ ਫਿਰ ਸਿਹਤ ਲਈ ਵੀ ਇੱਥੇ ਆਉਣਾ ਕਹਿੰਦੇ ਬਹੁਤ ਜ਼ਰੂਰੀ ਹੈ। ਅਸਲ 'ਚ ਤੇ ਇਨਸਾਨ ਆਪਣੇ ਨਾ ਕੈਦ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ। ਜਿੱਦਾਂ ਰੂਹ ਕਿਸੇ ਵੇਲੇ ਕਲਬੂਤ ਦੇ ਪਿੰਜਰੇ ਨੂੰ ਤੋੜ ਕੇ ਚਾਹੁੰਦੀ ਮੈਂ ਬਾਹਰ ਨਿਕਲ ਜਾਵਾਂ, ਲੇਕਿਨ ਜਦੋਂ ਅਸੀਂ ਇੱਦਾਂ ਦੀ ਕਿਸੇ ਜਗ੍ਹਾ 'ਤੇ ਆਉਂਦੇ ਹਾਂ
ਤੇ ਫਿਰ ਉਹ ਮਹਿਸੂਸ ਕਰਦਾ ਕਿ ਮੈਂ ਆਜ਼ਾਦ ਹਾਂ। ਇਸ ਮੌਕੇ ਤੇ ਫਿਰ ਕੁਝ ਨਵੇਂ ਰੁੱਖ ਲਾਉਣ ਦੀ ਆਤਿਫ ਜੇ ਆਦਤ ਨਾ ਪਾਈ। ਆਹਾ ਨਵੇਂ ਰੁੱਖ ਲਾਉਣ ਦੀ ਆਤਿਫ ਜੇ ਆਦਤ ਨਾ ਪਾਈ, ਇੱਕ ਦਿਨ 100 ਆਲਣਾ ਹੋਸੀ ਇੱਕ ਕਟਾਣੀ ਹੋਤਾ। ਹਾਏ 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 ਹਾਏ, ਕੀ ਬਾਤ, ਕੀ ਬਾਤ। ਇਸ ਲਈ फैसलाबाद आर्ट्स काउंसिल में मौजूद हैं इसके बड़े ज़बरदस्त, बहुत ही डायनामिक पर्सनैलिटी, इसके रूह रवां डायरेक्टर आर्ट्स काउंसिल मोहम्मद इब्रार आलम। जब से वो फैसलाबाद आए हैं और आर्ट्स काउंसिल की इसके मामलात को संभाला है, बहुत ही एक ज़बरदस्त किस्म की खुशगवार तब्दीली महसूस हुई है। एक तहर्रुक है, बहुत सी अदबी सरगर्मियाँ हो रही हैं और फ़नकार यहाँ आ रहे हैं, मिल रहे हैं, बैठ रहे हैं, बातें हो रही हैं, गुफ्तगू हो रही है, नशिस्तें हो रही हैं। इस वक्त भी बहुत से अच्छे नामवर शायर यहाँ मौजूद हैं, उनसे भी बात करेंगे और जानने की कोशिश करेंगे उनके व्यूज़ AH आतिफ़ की शायरी के बारे में और उनकी शख्सियत के बारे में। तो मोहम्मद इब्रार आलम, डायरेक्टर आर्ट्स काउंसिल फैसलाबाद, उनसे जानते हैं वो क्या कहते हैं। AH आतिफ़ एक जेन्युइन शायर है। मैंने इनकी लास्ट कुछ दिन पहले एक मुशायरा करवाया था, मैंने इनको पहली दफ़ा सुना है और अपनी बात को इस शानदार तरीके से बयान करते हैं जिसका आप बिल्कुल दूसरों से इनको मुनफरिद कर देती है, जिसके लिए मेरे लिए अब एक नई बात थी कि यार इस शहर में इतने शानदार पंजाबी के शायर भी मौजूद हैं और इन्होंने बहुत शानदार मुशायरा पढ़ा था और इनका तख़य्युल कमाल का। फैसलाबाद की धरती ने बहुत नामवर सपूत पैदा किए, बहुत नामवर। जब मैं कहता हूँ तो हमारे नज़दीक हर वो शायर, हर वो फ़नकार जिसे उस तरह से शोहरत मिली हो या ना मिली हो, जो बाज़ औक़ात नॉन जेन्युइन किस्म के लोगों को भी मिल जाती है, लेकिन वो अपनी ज़ात में बड़े होते हैं, अपने कलाम के ज़रिए, अपनी शख्सियत के ज़रिए, अपनी सोच, अपने ख़यालात के ज़रिए। उस सेंस में मैं उनको बड़ा और नामवर समझता हूँ, ख़्वा उनका एक मजमूआ कलाम आया हो या ज़्यादा हो, लेकिन उनकी जो शायरी है, उनकी सोच, उनकी नज़रियात, उनकी फ़िक्र की अक्कासी करते हुए उनके शेर उनकी पहचान है और वो ज़बरदस्त तरीके से जब वो लोगों तक पहुँचते हैं तो एक खूबसूरत तासर छोड़ते हैं उन पर। डॉक्टर रियाज़ मजीद फैसलाबाद का एक ऐसा ही मोतबर नाम जिनकी शोहरत भी आलमी सतह पर है, फैसलाबाद के हवाले से, नात के हवाले से और अपने बाकी शायराना कलाम जो उनका है उस हवाले से। उन समेत हमारे बहुत से दीगर बड़े शोरा कराम मौजूद हैं, बारी बारी उनसे बात करते हैं और AH आतिफ़ की शायरी के हवाले से उनके तासरात लेते हैं। एज ए शायर तो पूरी दुनिया को पता है AH आतिफ़ जिथे जिथे पंजाबी सुनी जा रही है, समझी जा रही है, उत्थे AH आतिफ़ का नाम कोई गैर मानूस नहीं है। बाकी बहसीयत इंसान बहुत प्यारा शख्स है, दोस्तों का केयरिंग है और हमेशा सानू लैके असी अगर अज किसी जगह पर जाने या पहचाने जा रहे हैं तो AH आतिफ़ का उहदे बड़ा हिस्सा है, क्योंकि इन्हें पंजाबी च सानू मुतारफ कराया, साडे नाल इन्होंने बहुत साथ दिता, पंजाबी जुबान वाल लियांदा इन्होंने बड़ा साडा। असी पंजाबी शायरी की इन्हों सुन के इन्हों वेख के की। मैं मुजीबुर रहमान साहिल ये तो नहीं आखांगा कि बहसीयत पंजाबी शायर, क्योंकि मेरे उस्ताद मोहतरम सामने बैठे होन ते मेरे सारे अल्फाज ही जिहड़े है वो उन्होंने किसी एक हरफ की कीमत के बराबर नहीं हो सकते। तो AH आतिफ़ पंजाबी लिटरेचर, पंजाबी अदब दे विच दुनिया भर च एक ऐसा नाम समझ लो कि जिन्हां ने अपनी शायरी दे नाल नाल वो चीज़ां मुतारफ करवाइयां जिहड़ियां पंजाबी रहतल दे नाल, पंजाबी कल्चर दे नाल जुड़ियां होईयां। उस्ताद ते किसी का भी होवे, मेरा ख्याल है उन्होंने चंगा ही लगता और इंज ही लगता कि खबरें सारी दुनिया नाल यही अच्छा है, लेकिन मेरे इत्थों मैनू पता है और अल्लाह जानता है कि मेरे उस्तादां वर्गा मैं उस्ताद नहीं देखे। हालांकि स्टूडेंट लाइफ च भी असी रहे हैं, पढ़े भी हैं, दुनिया भी देखी है, लेकिन अगर सादा लफ्ज़ मैं कहां कि अगर मौजूदा दौर का कोई तुसी दरवेश देखना तो मेरे उस्ताद ने। मेरी आतिफ़ साहब नाल 2006 मुलाकात हुई तो 2006 तो लग के हुण तक इंज लगता जिवें मतलब असी इकट्ठी जमे पले हैं। इन्ने खूबसूरत इंसान ने ये
ਤੇ ਮੈਂ ਕਿਉਂਕਿ ਸ਼ਾਇਰ ਤੇ ਨਹੀਂ ਹੈ ਲੇਕਿਨ ਮੈਂ ਸ਼ਾਇਰੀ ਸੁਣਦਾ। ਆਤਫ ਸਾਹਿਬ ਨੂੰ ਬਹਿਸੀਅਤ ਦੋਸਤ ਮੈਂ ਬਹੁਤ ਖੂਬਸੂਰਤ ਇਨਸਾਨ ਪਾਇਆ ਜੀ। ਇਹ ਆਤਫ ਸਾਹਿਬ ਨਾਲ ਵੀ 22 ਸਾਲ ਤੋਂ ਮੇਰਾ ਤਾਲੁਕ ਹੈਗਾ ਤੇ ਬਹੁਤ ਸੋਹਣਾ ਲਿਖਦੇ ਨੇ। ਮੈਨੂੰ ਸਭ ਤੋਂ ਅੱਛੀ ਗੱਲ ਇਹਨਾਂ ਦੀ ਜਿੱਦਾਂ ਕਿ ਰਾਣਾ ਵਾਜਦ ਸਾਹਿਬ ਨੇ ਕਿਹਾ ਕਿ ਇਹ ਅੱਖਰ ਜਿਹੜੇ ਆ ਨਾ ਜਿਹੜੇ ਬਿਲਕੁਲ ਹੀ ਖ਼ਤਮ ਹੋ ਗਏ, ਮਤਰੂਕ ਹੋ ਗਏ, ਉਹਨਾਂ ਨੂੰ ਵੀ ਇਸਤੇਮਾਲ ਕਰਦੇ ਨੇ, ਬੜਾ ਸੋਹਣਾ ਇਸਤੇਮਾਲ ਕਰਦੇ ਆ। ਸਿਰਫ ਫੈਸਲਾਬਾਦ ਹੀ ਨਹੀਂ, ਫੈਸਲਾਬਾਦ ਤੋਂ ਬਾਹਰ ਵੀ ਸਾਡੇ ਮੁਸ਼ਾਰਿਆਂ ਦੀ ਨੁਮਾਇੰਦਗੀ ਕਰਦੇ ਨੇ। ਬੜਾ ਅੱਛਾ ਲੱਗਦਾ ਹੈ ਕਿ ਆਤਫ ਸਾਹਿਬ ਨੇ बेहतरीन मुशारा पढ़िया और एक नुमाइंदा गज़ल उठे कही। आखिर में इंग्लिश का बाज़ टर्मिनोलॉजी ऐसी होती है कि जैसे कहते हैं जब भी किसी को बुलाते हैं किसी बड़े आदमी को तो कहते हैं कि द वन एंड ओनली डॉक्टर रियाज मजीद सर। बिस्मिल्लाहिर्रहमानिर्रहीम। आतिफ साहब ਦੇ ਨਾਲ ਗੱਲ ਕਰਨ ਲੱਗੇ ਇੱਕ ਜ਼ਿਆਦਾ ਖੁਸ਼ੀ ਇਸ ਗੱਲ ਦੀ ਵੀ ਹੁੰਦੀ ਹੈ ਕਿ ਪੰਜਾਬੀ ਜ਼ੁਬਾਨ ਔਰ ख़ास तौर ਤੇ ਫੈਸਲਾਬਾਦ ਪੰਜਾਬੀ ਜ਼ੁਬਾਨ ਦੀ ਪੂਰੀ ਇੱਕ ਪਸਮੰਦਰ ਸਾਡੇ ਸਾਹਮਣੇ ਆ ਜਾਂਦਾ। ਬਹੁਤ ਘੱਟ ਲੋਕਾਂ ਨੂੰ ਪਤਾ ਕਿ ਪੰਜਾਬੀ ਜ਼ੁਬਾਨ ਦਾ ਫੈਸਲਾਬਾਦ ਜਾਂ ਲਾਇਲਪੁਰ ਨਾਲ ਇੱਕ ਬੜਾ ਗਹਿਰਾ ਤਾਲੁਕ ਹੈ। ਸਭ ਤੋਂ ਪਹਿਲੇ ਪੰਜਾਬੀ ਦਾ ਅਖਬਾਰ ਪੰਜਾਬੀ ਦਰਬਾਰ 1920 ਫੈਸਲਾਬਾਦ ਤੋਂ ਸ਼ੁਰੂ ਹੋਇਆ ਔਰ ਪੰਜਾਬੀ ਜ਼ੁਬਾਨ ਦਾ ਸਭ ਤੋਂ ਪਹਿਲਾ ਨਾਵਲ ਜੱਟ ਦੀ ਕਰਤੂਤ ਉਹ ਵੀ ਫੈਸਲਾਬਾਦ ਲਿਖਿਆ ਗਿਆ ਔਰ ਪੰਜਾਬੀ ਜਿਹੜੀ CD ਸਭ ਤੋਂ ਪਹਿਲੀ ਕਿਤਾਬ ਪੜ੍ਹ ਬਿਸਮਿਲ੍ਲਾ ਉਹ ਵੀ ਫੈਸਲਾਬਾਦ ਤੋਂ ਛਪੀ ਬਣੀ ਜਿਹਦਾ ਕਰਨੈਲ ਸਿੰਘ ਥਿੰਦ ਨੇ ਆ ਕੇ ਇੰਡੀਆ ਤੋਂ ਆ ਕੇ ਉਹਦਾ ਇਫਤਤਾਹ ਫਰਮਾਇਆ ਸੀ। ਸਾਡੇ ਅਫਜ਼ਲ ਹਾਸਨ ਸਾਹਿਬ ਔਰ ਬੇਸ਼ੁਮਾਰ ਸ਼ਾਇਰ ਜਿਨ੍ਹਾਂ ਨੇ ਪੰਜਾਬੀ ਨੂੰ ਬਹੁਤ ਜ਼ਿਆਦਾ ਅੱਗੇ ਲੈ ਗਏ ਫੈਸਲਾਬਾਦ। ਇੱਕ ਉਹਨਾਂ ਜਾਣ ਤੋਂ ਬਾਅਦ ਇੱਕ ਖਲਾ ਰਹਿ ਗਿਆ ਜਿਹਨੂੰ ਇਸ ਵੇਲੇ ਆਤਫ ਵੀ ਪੂਰਾ ਕਰ ਰਿਹਾ। ਆਤਫ ਦਾ ਕਮਾਲ ਲੇਕਿਨ ਨੇ ਆਪਣੀ ਪੁਰਾਣੀ ਕਲਾਸਿਕੀ ਜਿਹੜੀ ਜ਼ੁਬਾਨ ਹੈ ਉਹਨੂੰ ਵੀ ਮਹਿਫੂਜ਼ ਕੀਤਾ ਸਾਰਾ और ਉਹਨੂੰ ਵਰਤਣ ਦੀ ਕੋਸ਼ਿਸ਼ ਕੀਤੀ और एक शागिर्दा ਦਾ हल्का भी पैदा किया। ये बहुत बड़ी गल है। आतिफ साहब आखिर में आप हमारे व्यूअर्स के लिए कोई पैगाम देना चाहें, अपनी पंजाबी ज़ुबान में पैगाम दें, हमारी माँ बोली जो है। जिन्ने इत्थे मित्र बैठे ने डॉक्टर साहब रब सोना इन्हां दी हयाती लम्मी करे। इन्हां जिन्नियां गल्लां कीतियां वो सारे पैगाम ही ने। इन्हां दी गल्लां नालों वध के कोई पैगाम नहीं है। अल्लाह पाक इन्हां नूं सलामत रखे और जिस तरह डॉक्टर साहब ने शहर वास्ते हयाती हंडाई है मालिक सानू तौफीक दे और ध्यान भी दे ताकि पंजाबी दी बढ़ोतरी वास्ते असी एक दूए दे मोढे नाल मोढा जोड़ के नाले ते अपनियां रिश्ते सांझा निभाइए ते नाले अपने अखरां दी साम करिए। बहुत शुक्रिया, थैंक यू वेरी मच आतिफ साहब, आपका बहुत शुक्रिया, आपने वक्त दिया। मालिक सलामत रखे, शुक्रिया जी। नाज़रीन ये थे AH आतिफ, पंजाबी ज़ुबान के बहुत ही ज़बरदस्त शायर, फैसलाबाद से ताल्लुक़ रखने वाले। आज आपने उनकी गुफ्तगू सुनी, उनके बारे में उनके दोस्तों की, साथियों की और फैसलाबाद के शुअरा कराम की गुफ्तगू सुनी, उनके शब रोज़ कैसे गुज़रते हैं ये आपने देखा। अगले हफ्ते नए मेहमान के साथ हाज़िर खिदमत होंगे, तब तक के लिए इजाज़त, अल्लाह ने की।